हेलो जी, सत श्री अकाल सारिਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਆਫੀਸ਼ੀਅਲ YouTube ਚੈਨਲ ਤੇ। ਬੱਚੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਸਿਲੇਬਸ ਆ ਚੁੱਕਿਆ ਹੈ ਤਾਂ ਐਗਜ਼ਾਮ ਵੀ ਛੇਤੀ ਹੋਊਗਾ। ਤੁਹਾਡੇ ਕੋਲੇ 2 ਮੰਥਸ ਮਤਲਬ ਵੱਧ ਤੋਂ ਵੱਧ 2 ਮੰਥਸ ਨੇ ਤੇ ਤੁਸੀਂ ਪ੍ਰੀਪਰੇਸ਼ਨ ਬਹੁਤ ਵਧੀਆ ਕਰ ਸਕਦੇ ਹੋ। ਜੇ ਪ੍ਰੀਪਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਆਪਣਾ ਐਪ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ 'ਚ ਦੇ ਰੱਖਿਆ ਹੈ। 499 ਦਾ ਬੈਚ ਹੈ, ਤੁਸੀਂ ਜਾ ਕੇ ਪਰਚੇਜ ਕਰ ਸਕਦੇ ਹੋ। ਬਹੁਤ ਘੱਟ ਰੇਟ ਤੇ ਰੱਖਿਆ ਟਿਲ ਐਗਜ਼ਾਮ, ਯਾਨੀ ਚਾਹੇ ਐਗਜ਼ਾਮ ਜਦੋਂ ਮਰਜ਼ੀ ਹੋਵੇ ਉਦੋਂ ਤੱਕ ਤੁਹਾਡੀ ਪ੍ਰੀਪਰੇਸ਼ਨ ਉਹਦੇ ਵਿੱਚ ਚੱਲੂਗੀ। ਠੀਕ ਹੈ ਬੱਚੇ, ਤੇ ਹੁਣ ਆਪਾਂ ਦੇਖਦੇ ਹਾਂ ਅੱਜ ਕੰਪਿਊਟਰ ਦੇ ਇੰਪੋਰਟੈਂਟ ਕੁਐਸਚਨ। ਸਾਰੇ ਦੇ ਸਾਰੇ ਕੁਐਸਚਨ ਜਿਹੜੇ ਨੇ ਪ੍ਰੀਵੀਅਸ ਈਅਰਸ ਕੁਐਸਚਨ ਨੇ ਤੇ ਉਹਨਾਂ ਦੇ ਆਈਡੀਆਜ਼ ਤੋਂ ਹੀ ਕਨਕਲੂਡ ਕੁਐਸਚਨਸ ਨੇ। ਪਹਿਲਾਂ ਮੈਂ ਵੀਡੀਓ ਪਾਈ ਸੀ ਜੀਕੇ ਜੀਐਸ ਦੇ ਕੁਐਸਚਨਸ ਦੀ ਤੇ ਆਹ ਵੀਡੀਓ ਹੈ ਜੀ ਕੰਪਿਊਟਰ ਦੀ। 10 ਮਾਰਕਸ ਦਾ ਕੰਪਿਊਟਰ ਆਣਾ ਹੈ ਤੇ ਆਪਾਂ ਡੇਲੀ 10 ਪੁਆਇੰਟਸ ਐਵੇਂ ਦੇ ਡਿਸਕਸ ਕਰਾਂਗੇ ਕਿ ਜਿੱਦਾਂ ਆਪਾਂ ਪੇਪਰ ਦੇ ਕੁਐਸਚਨਸ ਹੀ ਡਿਸਕਸ ਕਰ ਰਹੇ ਹਾਂ ਤੇ ਸੀਰੀਜ਼ ਜਿਹੜੀ ਹੈ ਕੰਟੀਨਿਊ ਐਗਜ਼ਾਮ ਤੱਕ ਚੱਲੂਗੀ। ਤਾਂ ਤੁਸੀਂ ਬੈਚ ਜੇ ਬਿਲਕੁਲ ਕੰਸਿਸਟ ਹੋ ਕੇ ਸਿਲੇਬਸ ਕਰਨਾ ਚਾਹੁੰਦੇ ਹੋ, ਕੰਸਿਸਟੈਂਟ ਸਿਲੇਬਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੈਚ ਪਰਚੇਜ ਕਰ ਸਕਦੇ ਹੋ। ਐਪ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ 'ਚ ਦੇ ਰੱਖਿਆ ਹੈ 9812630162। ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਤਾਂ ਅੱਜ ਦਾ ਆਪਣਾ ਜਿਹੜਾ ਪਹਿਲਾ ਕੁਐਸਚਨ ਹੈ ਆ ਨੰਬਰ ਸੀਗਾ, ਤੁਸੀਂ ਨੋਟ ਕਰ ਲਿਆ ਹੋਊਗਾ, ਹੋਪ ਸੋ ਡਿਸਕ੍ਰਿਪਸ਼ਨ 'ਚ ਵੀ ਦੇ ਰੱਖਿਆ। ਪਹਿਲਾ ਕੁਐਸਚਨ ਹੈ ਜੀ ਆਪਣਾ 8 ਬਿਟਸ ਕਿੰਨੇ ਨਿਬਲ ਦੇ ਬਰਾਬਰ ਹੁੰਦੀਆਂ। ਮੈਮਰੀ ਤੋਂ ਇੱਕ ਕੁਐਸਚਨ ਆਉਂਦਾ ਹੀ ਆਉਂਦਾ, ਇਸ ਕਰਕੇ ਧਿਆਨ ਨਾਲ ਤੁਸੀਂ ਕਰਨਾ ਹੈ ਜੀ। ਪਹਿਲਾ ਕੁਐਸਚਨ ਹੈ 8 ਬਿਟਸ ਕਿੰਨੇ ਨਿਬਲ ਦੇ ਬਰਾਬਰ ਹੁੰਦੀਆਂ ਹੈ, ਕਿੰਨੇ ਨਿਬਲ ਦੇ ਬਰਾਬਰ ਹੁੰਦੀਆਂ ਨੇ। ਤਾਂ 8 ਬਿਟਸ ਦੀ ਜੇ ਆਪਾਂ ਗੱਲ ਕਰੀਏ ਤਾਂ 8 ਬਿਟਸ ਦੇ ਵਿੱਚ ਕਿੰਨੇ ਨਿਬਲ ਹੁੰਦੇ ਨੇ ਜੀ, ਤਾਂ 8 ਬਿਟਸ ਦੇ ਵਿੱਚ 2 ਨਿਬਲ ਹੁੰਦੇ ਨੇ। 8 ਬਿਟਸ ਦੇ ਵਿੱਚ ਕਿੰਨੇ ਨਿਬਲ ਹੁੰਦੇ ਨੇ, 2 ਨਿਬਲ ਹੁੰਦੇ ਨੇ, ਕਿਉਂਕਿ 4 ਬਿਟਸ ਨੇ ਨਾ, 4 ਬਿਟਸ ਆ ਇੱਕ ਨਿਬਲ ਨੂੰ ਬਣਾਉਂਦੀਆਂ। 4 ਬਿਟਸ ਕਿੰਨੇ ਨਿਬਲ ਨੂੰ ਬਣਾਉਂਦੀਆਂ, ਇੱਕ ਨਿਬਲ ਨੂੰ ਬਣਾਉਂਦੀ ਹੈ। ਸਮਝ ਆਈਏ ਗੱਲ, 4 ਬਿਟਸ ਇੱਕ ਨਿਬਲ ਨੂੰ ਬਣਾਉਂਦੀਆਂ ਤੇ 8 ਬਿਟਸ ਜਿਹੜੀਆਂ ਨੇ ਉਹ ਇੱਕ ਬਾਈਟ ਨੂੰ ਬਣਾਉਂਦੀ ਹੈ। ਕਿਹਨੂੰ ਬਣਾਉਂਦੀ ਹੈ, ਇੱਕ ਬਾਈਟ ਨੂੰ ਬਣਾਉਂਦੀ ਹੈ। ਧਿਆਨ ਰੱਖਿਓ 8 ਬਿਟਸ ਇੱਕ ਬਾਈਟ ਤੇ ਫਿਰ ਕਿਹਦੇ ਬਰਾਬਰ ਹੋ ਗਈਆਂ, ਇੱਕ 2 ਨਿਬਲ ਦੇ ਬਰਾਬਰ ਹੋ ਗਈਆਂ, ਕਿਉਂਕਿ 4 ਬਿਟਸ ਦੇ ਵਿੱਚ ਕਿੰਨੇ ਨਿਬਲ ਹੁੰਦੇ ਨੇ, 4 ਬਿਟਸ ਦੇ ਵਿੱਚ ਇੱਕ ਨਿਬਲ ਹੁੰਦੇ ਨੇ। ਸਮਝ ਆ ਗਈ ਗੱਲ ਇੰਨੀ। ਠੀਕ ਹੈ ਜੀ, ਚਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਹੈਗਾ ਹੈ ਆਪਣਾ ਮੈਮਰੀ ਡਾਟਾ ਦੀ ਸਭ ਤੋਂ ਛੋਟੀ ਯੂਨਿਟ। ਬਹੁਤ ਵਾਰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਮੈਮਰੀ ਯੂਨਿਟ ਦੀ ਸਭ ਤੋਂ ਛੋਟੀ ਯੂਨਿਟ ਕਿਹੜੀ ਹੈ। ਸਭ ਤੋਂ ਛੋਟੀ ਯੂਨਿਟ ਕਿਹੜੀ ਹੈ, ਤਾਂ ਮੈਮਰੀ ਡਾਟਾ ਦੀ ਜਾਂ ਕੰਪਿਊਟਰ ਡਾਟਾ ਦੀ ਵੀ ਪੁੱਛ ਲਿਆ ਜਾਏ ਤਾਂ ਕੰਪਿਊਟਰ ਡਾਟਾ ਦੀ ਸਭ ਤੋਂ ਛੋਟੀ ਯੂਨਿਟ ਹੈ ਜੀ ਬਿਟ। ਠੀਕ ਹੈ, ਬਿਟ ਉਹ 0 ਜਾਂ 1 ਕੁਝ ਵੀ ਹੋ ਸਕਦਾ ਹੈ। ਬਿਟ ਕੀ ਹੋ ਸਕਦਾ, 0 ਜਾਂ 1 ਕੁਝ ਵੀ ਹੋ ਸਕਦਾ ਹੈ ਜੀ। ਮੈਮਰੀ ਯੂਨਿਟ ਦੀ ਸਭ ਤੋਂ ਛੋਟੀ ਯੂਨਿਟ ਜਿਹੜੀ ਹੁੰਦੀ ਹੈ ਜੀ ਬਿਟ ਹੁੰਦੀ ਹੈ। ਨੈਕਸਟ ਹੈ ਜੀ SD ਰੈਮ, ਜਿਹੜਾ ਕਿ ਰੈਮ ਦਾ ਇੱਕ ਪਾਰਟ ਹੈ। ਰੈਮ ਕੀ ਹੁੰਦੀ ਹੈ, ਰੈਂਡਮ ਐਕਸੈਸ ਮੈਮਰੀ, ਜੋ ਕਿ ਪ੍ਰਾਇਮਰੀ ਮੈਮਰੀ ਦਾ ਪਾਰਟ ਹੈ ਜਾਂ ਮੇਨ ਮੈਮਰੀ ਦਾ ਪਾਰਟ ਹੈ। ਠੀਕ ਹੈ, ਰੈਂਡਮ ਐਕਸੈਸ ਮੈਮਰੀ। ਹੁਣ ਦੇਖੋ SD ਰੈਮ ਦੀ ਉਹ ਫੁੱਲ ਫਾਰਮ ਪੁੱਛਦਾ ਹੈ, SD ਐਵੇਂ ਵੀ ਪੁੱਛਿਆ ਜਾ ਸਕਦਾ ਹੈ SD ਰੈਮ, ਇੱਥੇ ਡੈਸ਼ ਲਗਾ ਕੇ ਦੇ ਸਕਦਾ ਹੋ ਕਿ ਇਹਦਾ ਫੁੱਲ ਫਾਰਮ ਦੱਸੋ, ਥੱਲੇ ਕੀ ਆਊਗਾ। ਤੇ ਇਹ ਹੁੰਦੀ ਹੈ ਜੀ ਸਿੰਕਰੋਨਸ ਡਾਇਨੇਮਿਕ ਰੈਮ ਦੀ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ ਹੈ ਕੀ ਹੁੰਦੀ ਹੈ, ਰੈਂਡਮ ਐਕਸੈਸ ਮੈਮਰੀ। ਰੈਮ ਦੀ ਕੀ ਹੁੰਦੀ ਹੈ ਜੀ, ਰੈਂਡਮ ਐਕਸੈਸ ਮੈਮਰੀ। ਕਲੀਅਰ ਹੈ ਇੰਨੀ ਗੱਲ, ਕੀ ਹੁੰਦੀ ਹੈ, ਰੈਂਡਮ ਐਕਸੈਸ ਮੈਮਰੀ। ਚਲੋ ਜੀ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਆਪਣਾ ਜੀ CD ਐਂਡ DVD ਇਹਨਾਂ ਦੀਆਂ ਫੁੱਲ ਫਾਰਮਸ ਕੀ ਹੁੰਦੀਆਂ ਨੇ। CD ਹੁੰਦੀ ਹੈ ਜੀ ਕੰਪੈਕਟ ਡਿਸਕ। CD ਕੀ ਹੁੰਦੀ ਹੈ, ਕੰਪੈਕਟ ਡਿਸਕ। CD ਕੰਪੈਕਟ ਡਿਸਕ। ਉਦਾਂ ਹੀ ਜੇ ਆਪਾਂ DVD ਦੀ ਗੱਲ ਕਰੀਏ ਤਾਂ DVD ਹੁੰਦੀ ਹੈ ਡਿਜੀਟਲ ਵਰਸੇਟਾਈਲ ਡਿਸਕ। ਡਿਜੀਟਲ ਵਰਸੇਟਾਈਲ ਡਿਸਕ। DVD ਕੀ ਹੁੰਦੀ ਹੈ, ਡਿਜੀਟਲ ਵਰਸੇਟਾਈਲ ਡਿਸਕ। DVD ਡਿਜੀਟਲ ਵਰਸੇਟਾਈਲ ਡਿਸਕ। ਠੀਕ ਹੈ, ਹੋ ਗਿਆ। DVD ਕੀ ਹੋਗੀ, डिजिटल वर्सेटाइल डिस्क। CD की हो गया जी कंपैक्ट डिस्क हो गया। उदा ही की हुंदा एक फ्लोपी डिस्क हुंदी है, FD नूं तुसीं की कहने हो, फ्लोपी डिस्क। इहदे तो अगे बहुत सारे क्वेश्चन बनते हैं। फ्लोपी डिस्क किन्ने साइज दे हुंदे ने,
ਕਿੰਨੇ ਸਾਈਜ਼ ਵਿੱਚ ਆਉਂਦੀ ਹੈ? ਤਾਂ ਫਲੋਪੀ ਡਿਸਕ ਆਉਂਦੀ ਹੈ ਜੀ 3 ਸਾਈਜ਼ ਦੇ ਵਿੱਚ। ਕਿੰਨੇ ਸਾਈਜ਼ ਦੇ ਵਿੱਚ ਆਉਂਦੀ ਹੈ ਜੀ? ਫਲੋਪੀ ਡਿਸਕ ਆਉਂਦੀ ਹੈ ਜੀ 3 ਸਾਈਜ਼ ਦੇ ਵਿੱਚ ਆਉਂਦੀ ਹੈ, ਠੀਕ ਹੈ। ਤਾਂ ਕਿਸੇ ਵੀ ਇਨਫੋਰਮੇਸ਼ਨ ਨੂੰ ਰੀਡ ਜਾਂ ਰਾਈਟ ਕਰਨ ਲਈ, ਠੀਕ ਹੈ, ਫਲੋਪੀ ਡਿਸਕ ਤੇ ਪਹਿਲਾ ਕੁਐਸਚਨ ਸੁਣੋ ਚੰਗੇ ਤਰੀਕੇ ਨਾਲ। ਫਲੋਪੀ ਡਿਸਕ ਦੇ ਵਿੱਚ ਕੁਐਸਚਨ ਕੀ ਹੈ? ਫਲੋਪੀ ਡਿਸਕ ਵਿੱਚ ਕਿਸੇ ਵੀ ਚੀਜ਼ ਨੂੰ ਜਾਂ ਕਿਸੇ ਵੀ ਡਾਟਾ ਨੂੰ ਰੀਡ ਜਾਂ ਰਾਈਟ ਕਰਨ ਲਈ, ਡਾਟਾ ਨੂੰ ਰੀਡ ਜਾਂ ਰਾਈਟ ਕਰਨ ਲਈ ਕਿਸ ਉਪਕਰਨ ਦਾ ਪ੍ਰਯੋਗ ਕੀਤਾ ਜਾਂਦਾ ਹੈ? ਕਿਸ ਉਪਕਰਨ ਦਾ ਪ੍ਰਯੋਗ ਜਾਂ ਉਪਯੋਗ ਕੀਤਾ ਜਾਂਦਾ ਹੈ, ਠੀਕ ਹੈ। ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ A, ਤਾਂ ਤੁਸੀਂ ਦੱਸੋਗੇ ਕਿ ਕਿਹੜੇ, ਯਾਨੀ ਕਿ ਫਲੋਪੀ ਡਿਸਕ ਤੇ ਕਿਸੇ ਵੀ ਇਨਫੋਰਮੇਸ਼ਨ ਨੂੰ ਰੀਡ ਜਾਂ ਰਾਈਟ ਕਰਨ ਲਈ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ? ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ A, ਤਾਂ ਤੁਸੀਂ ਦੱਸੋਗੇ FDD ਮਤਲਬ ਕੀ ਬਣਿਆ? ਫਲੋਪੀ ਡਿਸਕ ਡਰਾਈਵ। ਕੀ ਬਣਿਆ ਮਤਲਬ? ਫਲੋਪੀ ਡਿਸਕ ਡਰਾਈਵ। ਕੀ ਮਤਲਬ ਬਣਿਆ? ਫਲੋਪੀ ਡਿਸਕ ਡਰਾਈਵ। ਹੁਣ ਇਹ ਜਿਹੜੀ FDD ਹੈ, ਫਲੋਪੀ ਡਿਸਕ ਡਰਾਈਵ ਹੈ, ਇਹਦੇ ਤੇ ਡਾਟਾ ਲੋਡ ਹੁੰਦਾ, ਯਾਨੀ ਰੀਡ ਜਾਂ ਰਾਈਟ ਹੁੰਦਾ, ਜਿਹੜਾ ਕਿ ਫਲੋਪੀ ਡਿਸਕ ਦੇ ਵਿੱਚ ਆਪਾਂ ਕਰਦੇ ਹਾਂ। ਫਲੋਪੀ ਡਿਸਕ 3 ਟਾਈਪ ਦੇ ਵਿੱਚ ਆਉਂਦੀ ਹੈ, 3 ਸਾਈਜ਼ ਦੇ ਵਿੱਚ ਆਉਂਦੀ ਹੈ, ਠੀਕ ਹੈ। ਫਲੋਪੀ ਡਿਸਕ ਜਿਹੜੀ ਹੈ 3 ਸਾਈਜ਼ ਦੇ ਵਿੱਚ ਆਉਂਦੀ ਹੈ। ਪਹਿਲੀ ਜਿਹੜੀ ਹੈਗੀ ਹੈ ਜੀ ਉਹ ਆਉਂਦੀ ਹੈ 5.25 ਇੰਚ ਦੇ ਵਿੱਚ। ਪਹਿਲੀ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ 5.25 ਇੰਚ ਵਿੱਚ, ਤੇ ਜਿਹੜੀ ਮੈਗਨੇਟ ਦੀ ਹੀ ਬਣੀ ਹੁੰਦੀ ਹੈ, ਮੈਗਨੇਟਿਕ ਹੁੰਦੀ ਹੈ, ਠੀਕ ਹੈ। ਜਿਹੜਾ ਡਾਟਾ ਇਹਦੇ ਵਿੱਚ ਰੀਡ ਜਾਂ ਰਾਈਟ ਹੁੰਦਾ ਉਹ ਮੈਗਨੇਟ ਵਿੱਚ ਹੁੰਦਾ, ਸੇਵ ਹੁੰਦਾ ਕਿਹਦੇ ਵਿੱਚ ਹੁੰਦਾ? ਮੈਗਨੇਟਿਕ ਟੇਪ ਵਿੱਚ। ਤੇ ਜਿਹਦਾ ਸਾਈਜ਼ ਬੱਚੇ ਹੁੰਦਾ ਹੈ ਆਪਣੇ ਕੋਲੇ 1.2 MB, ਠੀਕ ਹੈ, ਯਾਨੀ ਕਿ ਜਿਹਦੀ ਕੈਪੈਸਿਟੀ, ਸਾਈਜ਼ ਤਾਂ 5.2 ਇੰਚ ਹੋ ਗਿਆ, ਕੈਪੈਸਿਟੀ ਜਿਹੜੀ ਜਿਹਦੀ ਹੁੰਦੀ ਹੈ 1.2 MB, ਯਾਨੀ ਕਿ ਕਿੰਨੇ ਡਾਟਾ ਨੂੰ ਇਹ ਪਰ ਯੂਨਿਟ ਸਟੋਰ ਕਰ ਸਕਦੀ ਹੈ? 1.2। ਤੇ ਦੂਜੀ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ 3.5 ਇੰਚ ਦੀ, 3.5 ਇੰਚ ਦੀ ਹੁੰਦੀ ਹੈ, ਠੀਕ ਹੈ, ਜਿਹਨੂੰ ਤੁਸੀਂ ਕੀ ਕਹਿੰਦੇ ਹੋ? 80 KB ਡਾਟਾ, 80 KB ਤੋਂ ਲੈ ਕੇ 1.44 KB ਦਾ ਡਾਟਾ ਇਹ ਸਟੋਰ ਕਰ ਸਕਦੀ ਹੈ। ਤੇ ਸਟੋਰੇਜ ਮੀਡੀਅਮ ਇਹਦੇ ਵਿੱਚ ਵੀ ਕੀ ਰਹਿੰਦਾ ਹੈ ਜੀ? ਮੈਗਨੇਟਿਕ ਹੀ ਰਹਿੰਦਾ ਹੈ। ਥਰਡ ਜਿਹੜੀ ਹੁੰਦੀ ਹੈ, ਜਿਹੜੀ ਸਭ ਤੋਂ ਵੱਡੀ ਹੁੰਦੀ ਹੈ, ਉਹ 8 ਇੰਚ ਦੇ ਵਿੱਚ ਆਉਂਦੀ ਹੈ। ਸਭ ਤੋਂ ਵੱਡੀ ਕਿਹੜੇ ਇੰਚ ਵਿੱਚ ਆਉਂਦੀ ਹੈ? 8 ਇੰਚ ਵਿੱਚ ਆਉਂਦੀ ਹੈ। ਹੁੰਦਾ ਇਹਦੇ ਵਿੱਚ ਵੀ ਮੈਗਨੇਟ ਹੀ ਹੈ ਸਟੋਰ ਕਰਨ ਵਾਸਤੇ, ਠੀਕ ਹੈ, ਪਰ 20 MB ਤੋਂ ਲੈ ਕੇ 80 GB ਤੱਕ ਦਾ ਡਾਟਾ ਇਹਦੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ। 20 MB ਤੋਂ ਲੈ ਕੇ 80 GB ਤੱਕ ਦਾ ਡਾਟਾ ਇੱਥੇ ਸਟੋਰ ਕਰਿਆ ਜਾ ਸਕਦਾ ਹੈ। ਕਲੀਅਰ ਹੈ? ਤਾਂ ਸਾਰੀਆਂ ਚੀਜ਼ਾਂ ਨੋਟ ਕਰਦੇ ਜਾਈਓ, ਬਿਕੋਜ਼ ਇੰਪੋਰਟੈਂਟ ਨੇ ਐਗਜ਼ਾਮ ਲਈ, ਠੀਕ ਹੈ। ਨੈਕਸਟ ਕੁਐਸਚਨ ਹੈ, ਡੈਸੀਮਲ ਨੰਬਰ ਸਿਸਟਮ ਦਾ ਬੇਸ ਕੀ ਹੁੰਦਾ? ਨੈਕਸਟ ਕੁਐਸਚਨ ਹੈ, ਨੰਬਰ ਸਿਸਟਮ ਪੇਪਰ ਦੇ ਵਿੱਚ ਆਉਂਦਾ ਹੈ, ਮੈਥ ਵਿੱਚ ਵੀ, ਬਟ ਉਹ ਅੱਡ ਹੁੰਦਾ, ਕੰਪਿਊਟਰ ਦਾ ਨੰਬਰ ਸਿਸਟਮ ਅੱਡ ਹੁੰਦਾ। ਡੈਸੀਮਲ ਨੰਬਰ ਸਿਸਟਮ ਦਾ ਬੇਸ ਕੀ ਹੈ? ਹੁਣ ਇਹਨੂੰ ਸਮਝਣ ਲਈ ਪਹਿਲਾਂ ਇੱਕ ਚੀਜ਼ ਦੇਖੋ, ਤੁਸੀਂ ਦੇਖੋ ਜਿੱਦਾਂ ਕਿ ਤੁਸੀਂ ਬਾਈਨਰੀ ਦਾ ਨੰਬਰ ਸਿਸਟਮ ਪੜ੍ਹਦੇ ਹੋ, ਕੰਪਿਊਟਰ ਦੀ ਲੈਂਗੁਏਜ ਕਿਹੜੀ ਹੈ? ਬਾਈਨਰੀ ਲੈਂਗੁਏਜ ਹੈ। ਤਾਂ ਬਾਈਨਰੀ ਨੰਬਰ ਸਿਸਟਮ ਜਿਹੜਾ ਪੜ੍ਹਦੇ ਹੋ ਉਹਦਾ ਬੇਸ ਤੁਸੀਂ ਪੜ੍ਹਦੇ ਹੋ 2, ਜਿੱਦਾਂ ਕਿ 0 ਤੇ 1 ਦੀ ਭਾਸ਼ਾ ਨੂੰ ਬਾਈਨਰੀ ਭਾਸ਼ਾ ਕਹਿੰਦੇ ਆ, ਤੇ ਇਹਦਾ ਬੇਸ ਜਿਹੜਾ ਹੁੰਦਾ ਉਹ 2 ਹੁੰਦਾ, 0 ਤੇ 1। ਇਹਦਾ ਬੇਸ ਕੀ ਹੁੰਦਾ? 2, 0 ਤੇ 1। ਉਦਾਂ ਹੀ ਡੈਸੀਮਲ ਨੰਬਰ ਸਿਸਟਮ ਨੂੰ 0 to 9 ਤੱਕ ਕਾਊਂਟ ਕਰਿਆ ਜਾਂਦਾ ਹੈ, ਤਾਂ ਇਹਦਾ ਬੇਸ ਕੀ ਬਣ ਜਾਊਗਾ ਜੀ? 10। ਇਹਦਾ ਬੇਸ ਕੀ ਬਣ ਜਾਊਗਾ? 10। ਉਦਾਂ ਹੀ ਇੱਕ ਓਕਟਲ ਨੰਬਰ ਸਿਸਟਮ ਹੁੰਦਾ ਹੈ, ਓਕਟਲ ਨੰਬਰ ਸਿਸਟਮ ਦਾ ਬੇਸ ਹੁੰਦਾ ਹੈ ਜੀ 8। ਕੀ ਹੁੰਦਾ ਹੈ? 8। ਓਕਟਲ ਨੰਬਰ ਸਿਸਟਮ ਦਾ ਬੇਸ ਕੀ ਹੁੰਦਾ ਹੈ? 8। ਇੱਕ ਹੁੰਦਾ ਜੀ ਹੈਗਜ਼ਾਡੈਸੀਮਲ, ਇੱਕ ਕੀ ਹੁੰਦਾ ਹੈ? ਹੈਗਜ਼ਾਡੈਸੀਮਲ ਨੰਬਰ ਸਿਸਟਮ। ਹੈਗਜ਼ਾਡੈਸੀਮਲ ਨੰਬਰ ਸਿਸਟਮ 0 to 15, 0 ਤੋਂ ਲੈ ਕੇ 15 ਤੱਕ ਦਾ, ਯਾਨੀ ਇਹਦਾ ਬੇਸ ਹੋ ਗਿਆ 16, ਠੀਕ ਹੈ। ਕਲੀਅਰ ਹੈ? ਇਹ ਸਾਰੇ ਦੇ ਸਾਰੇ ਯਾਦ ਰੱਖਿਓ, ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹੈ, ਤਾਂ ਹੀ ਮੈਂ ਤੁਹਾਨੂੰ ਇੰਨਾ ਕਲੀਅਰ ਕਰਕੇ ਇਸ ਚੀਜ਼ ਨੂੰ ਦੱਸਿਆ, ਠੀਕ ਹੈ ਨਾ। ਹਰ ਇੱਕ ਚੀਜ਼ ਇੰਪੋਰਟੈਂਟ ਹੈ। ਇੱਕ ਸੈਕਿੰਡ ਰੁਕੋ, ਪਾਣੀ ਪੀ ਲਈਏ, ਖੰਘ ਲੱਗੀ ਹੈ, ਵਾਰ-ਵਾਰ ਗਲਾ ਪਕੜਿਆ ਜਾਂਦਾ। ਨੈਕਸਟ ਹੈ ਜੀ BCD ਦੀ ਫੁੱਲ ਫਾਰਮ ਕੀ ਹੁੰਦੀ ਹੈ? BCD ਦੀ ਫੁੱਲ ਫਾਰਮ ਕੀ ਹੁੰਦੀ ਹੈ? ਠੀਕ ਹੈ, BCD ਦੀ ਫੁੱਲ ਫਾਰਮ ਕੀ ਹੁੰਦੀ ਹੈ? ਬਾਈਨਰੀ, B ਤੋਂ ਕੀ ਆ ਗਿਆ ਜੀ? ਬਾਈਨਰੀ, C ਤੋਂ ਆ ਗਿਆ ਕੋਡਡ, D ਤੋਂ ਆ ਗਿਆ ਡੈਸੀਮਲ।
ਬਾਈਨਰੀ ਕੋਡਡ ਡੈਸੀਮਲ। BCD ਦੀ ਫੁੱਲ ਫਾਰਮ ਕੀ ਹੁੰਦੀ ਹੈ? ਬਾਈਨਰੀ ਕੋਡਡ ਡੈਸੀਮਲ। ਉਦਾਂ ਹੀ ਇੱਕ ਹੋਰ ਪੁੱਛੀ ਜਾ ਸਕਦੀ ਹੈ ASCII। ASCII ਇਹਦੀ ਫੁੱਲ ਫਾਰਮ ਹੁੰਦੀ ਹੈ ਅਮਰੀਕਨ ਸਟੈਂਡਰਡ ਕੋਡ ਫॉर इंफॉर्मेशन इंटरचेंज। अमेरिकन स्टैंडर्ड कोड फॉर इंफॉर्मेशन इंटरचेंज। अमेरिकन स्टैंडर्ड कोड फॉर इंफॉर्मेशन इंटरचेंज यानी कि ASCII कोड। GUI, ठीक है, GUI की हुंदा है? ग्राफिकल यूजर इंटरफेस। ग्राफिकल यूजर इंटरफेस GUI ਕੀ ਹੁੰਦਾ ਹੈ? ਗ੍ਰਾਫਿਕਲ ਯੂਜ਼ਰ ਇੰਟਰਫੇਸ। ਕਲਾਸ ਤੋਂ ਬਾਅਦ ਨਾ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਨੂੰ ਇਹਦੇ ਵਿੱਚੋਂ ਕਿੰਨੇ ਕੁਐਸਚਨ ਆਲਰੇਡੀ ਪਤਾ ਸੀਗਾ। ਕਮੈਂਟ ਕਰਕੇ ਇਹ ਚੀਜ਼ ਤੁਸੀਂ ਮੈਨੂੰ ਜ਼ਰੂਰ ਦੱਸਣੀ ਹੈ। ਨੈਕਸਟ ਕੁਐਸਚਨ ਹੈ ਜੀ ਬੱਚੇ, ਐਨਾਲੌਗ ਤੇ ਡਿਜੀਟਲ ਕੰਪਿਊਟਰ ਦੇ ਮਿਕਸਡ ਫਾਰਮ ਨੂੰ ਕੀ ਕਹਿੰਦੇ ਆ? ਐਨਾਲੌਗ ਤੇ ਡਿਜੀਟਲ ਕੰਪਿਊਟਰ ਦੇ ਮਿਕਸਡ ਫਾਰਮ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹਨੂੰ ਕਹਿੰਦੇ ਆਪਾਂ ਹਾਈਬ੍ਰਿਡ ਕੰਪਿਊਟਰ। ਕੰਪਿਊਟਰ 3 ਟਾਈਪ ਦਾ ਹੁੰਦਾ ਹੈ। ਇੱਕ ਐਨਾਲੌਗ ਕੰਪਿਊਟਰ ਹੁੰਦੇ ਨੇ, ਇੱਕ ਡਿਜੀਟਲ ਕੰਪਿਊਟਰ ਹੁੰਦੇ ਨੇ, ਤੇ ਇੱਕ ਹੁੰਦੇ ਨੇ ਬੱਚੇ ਹਾਈਬ੍ਰਿਡ ਕੰਪਿਊਟਰ। ਜਿਹੜੇ ਐਨਾਲੌਗ ਵੀ ਹੁੰਦੇ ਨੇ ਤੇ ਡਿਜੀਟਲ ਵੀ ਹੁੰਦੇ ਨੇ, ਉਹਨਾਂ ਦੇ ਮਿਕਸ ਫਾਰਮ ਨੂੰ ਕੀ ਕਹਿੰਦੇ ਆ? ਹਾਈਬ੍ਰਿਡ ਕੰਪਿਊਟਰ ਕਿਹਾ ਜਾਂਦਾ ਹੈ ਜੀ। ਠੀਕ ਹੈ, ਨੈਕਸਟ ਕੁਐਸਚਨ ਹੈ ਜੀ ਤੁਹਾਡਾ थर्ड जनरेशन ऑफ कंप्यूटर, यानी कि कंप्यूटर दी थर्ड जनरेशन दे विच किस दा प्रयोग किया गया है? किस दा उपयोग किया गया है या प्रयोग किया गया है? कुछ भी किया गया है तो तुसी दसोगे किदा प्रयोग किया गया है जी? IC चिप्स दा। किदा प्रयोग किया गया है? IC चिप्स। आई इंटीग्रेटेड हुंदा है जी। आई की हुंदा है? इंटीग्रेटेड। सी तो की लिखोगे? चिप्स। इंटीग्रेटेड चिप्स इन्हां दा प्रयोग किया गया सर्किट दे विच कंप्यूटर दे। ठीक है, एग्जीक्यूशन लई। हुण इंटीग्रेटेड सर्किट्स चिप्स ਜਿਹੜੀਆਂ ਹੁੰਦੀਆਂ ਨੇ ਇਹ ਸਿਲੀਕੋਨ ਦੀਆਂ ਬਣੀਆਂ ਹੁੰਦੀਆਂ ਨੇ। ਕਿਹਦੀਆਂ ਬਣੀਆਂ ਹੁੰਦੀਆਂ ਨੇ? ਸਿਲੀਕੋਨ ਦੀਆਂ। ਤੇ ਇੰਟੀਗ੍ਰੇਟਿਡ ਚਿਪਸ ਦਾ ਸਭ ਤੋਂ ਪਹਿਲਾਂ ਅਵਿਸ਼ਕਾਰ ਕਿਹਨੇ ਕਰਿਆ ਸੀ? JS ਕਿਲਬੀ ਨੇ। ਕਿਹਨੇ ਕੀਤਾ ਸੀ ਜੀ? JS ਕਿਲਬੀ ਨਾਮ ਦੇ ਸਾਇੰਟਿਸਟ ਨੇ ਕੀਤਾ ਸੀ। ਤੇ ਇਹ ਸੀਗੀ ਆਪਣੀ ਕੰਪਿਊਟਰ ਦੀ ਸੀਰੀਜ਼ ਦੀ ਪਹਿਲੀ ਕਲਾਸ। ਜਿੰਨਾ ਹੋ ਸਕੇ ਸ਼ੇਅਰ ਕਰਨੀ ਆ ਉਨੀ ਜ਼ਿਆਦਾ ਕਲਾਸਿਸ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਬੈਚ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ, ਬੈਚ ਜੇ ਪਰਚੇਜ ਕਰਨਾ ਹੋਵੇ ਤਾਂ 499 ਦਾ ਹੈ। ਹੋਰ ਵੀ ਬੈਚ ਨੇ, ਤੁਸੀਂ ਐਪ ਤੇ ਵਿਜ਼ਿਟ ਕਰਕੇ ਪਰਚੇਜ ਕਰ ਸਕਦੇ ਹੋ। ਆਥੈਂਟਿਕ ਡਾਟਾ ਜਿਹੜਾ ਉਹ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਊਗਾ। ਥੈਂਕ ਯੂ ਸੋ ਮਚ। ਠੀਕ ਹੈ ਜੀ।